ਟਿੱਕਾ ਜੀ ਤੁਹਾਡੇ ਹੀ ਕੁਲੀਗ ਹੈਗੇ ਆ, ਤੁਹਾਡੇ ਹੀ ਨੋਨ ਹੈਗੇ ਆ, ਤੁਹਾਡੇ ਹੀ ਕਾਂਗਰਸ ਦੇ ਵਿੱਚ ਉਹ ਚੇਅਰਮੈਨ ਰਹੇ ਹੈ, ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ। ਉਹਨਾਂ ਨੇ ਓਪਨਲੀ ਕਿਹਾ ਕਿ ਲਾਅ ਤਾਂ ਇੱਦਾਂ ਦਾ ਹੈ ਹੀ ਨਹੀਂ, ਇਹ ਅਨਲॉफुली ਕੋਈ ਹੁਣ ਜੇ ਕੋਈ ਕਰਨ ਦੇ ਆ ਜਾਵੇ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ। ਠੀਕ ਹੈ ਜੀ, ਟਿੱਕਾ ਜੀ ਕਹਿੰਦੇ ਟਿੱਕਾ ਜੀ ਆ। ਠੀਕ ਹੈ, ਮਤਲਬ ਤੁਸੀਂ ਸਹਿਮਤ ਨਹੀਂ ਹੋ? ਨਹੀਂ ਕਮਾਲ ਆ ਹੁਣ ਮੈਂ ਤੁਸੀਂ ਮੈਂ ਕਹਿੰਦਾ ਟਿੱਕਾ ਜੀ ਆਪਦੇ ਗੱਲ ਕਰਦੇ, ਮੈਂ ਆਪਦੀ ਕਰਦਾ। ਕਾਂਗਰਸ ਦੇ ਵੇਲੇ PSIC ਦੇ ਚੇਅਰਮੈਨ ਰਹੇ ਹੋ, ਮੈਨੂੰ ਇਹ ਦੱਸੋ ਐਜ਼ ਏ ਤੁਸੀਂ ਚੇਅਰਮੈਨ ਰਹੇ ਹੋ, ਉਹ ਜਿਹੜੀ ਲੈਂਡ ਹੈਗੀ ਹੈ ਉਹ ਹੈਗੀ ਹੈ ਕਮਰਸ਼ੀਅਲ ਲੈਂਡ, ਉਹ ਸਾਰੀ ਦੀ ਸਾਰੀ ਫੋਕਲ ਪੁਆਇੰਟ ਵਾਲੀ ਫੇਸ 8 ਵਾਲੀ ਖਾਸ ਕਰਕੇ, ਕੀ ਉਹ ਰੈਜ਼ੀਡੈਂਸ਼ੀਅਲੀ ਇਸਤੇਮਾਲ ਕੀਤੀ ਜਾ ਸਕਦੀ, ਉੱਥੇ ਰੈਜ਼ੀਡੈਂਸ਼ੀਅਲ ਪ੍ਰੋਡਕਟ ਕੀਤਾ ਜਾ ਸਕਦਾ? देखो रेजिडेंशियल असी विच 8 फेस आ, जिमें 6 फेस आ, 5 फेस आ, असी उत्थे रेजिडेंशियल यूनिट भी प्लॉट भी कट्टे ने, वो भी लोग लै रहे हैं, सारे बिके हुए हैं। पुछदा जेड़ा इंडस्ट्री ਲਈ ਦਿੱਤਾ ਹੋਵੇ ਪਲਾਟ, ਕੀ ਉਹ ਰੈਜ਼ੀਡੈਂਸ਼ੀਅਲੀ ਯੂਜ਼ ਕੀਤਾ? नहीं ਜਿਹੜਾ ਇੰਡਸਟਰੀ ਦਿੱਤਾ ਉੱਥੇ ਇੰਡਸਟਰੀ ਹੀ ਲੱਗੇਗੀ। ਜਿਹੜਾ ਰਿਤੇਸ਼ ਇੰਡਸਟਰੀਜ਼ ਨੂੰ ਪਲਾਟ ਦਿੱਤਾ ਗਿਆ ਸੀਗਾ, ਉਹ ਫਿਰ ਲੈਂਡ ਜਿਹੜੀ ਹੈਗੀ ਆ ਉਹ ਰੈਜ਼ੀਡੈਂਸ਼ੀਅਲ ਉੱਥੇ ਕਿੱਦਾਂ ਯੂਜ਼ ਹੋ ਰਹੀ ਹੈ? ਮੈਂ ਉਹਦੇ ਬਾਰੇ ਚੈੱਕ ਕਰਾ ਲੈਣਾ, ਕਿਉਂਕਿ ਉਹ ਡਿਪਾਰਟਮੈਂਟ ਮੇਰੇ ਕੋਲ ਨਹੀਂ ਸੀਗਾ। ਪਰ ਇਹ ਤਾਂ ਮੰਨਦੇ ਹੋ ਨਾ ਕਿ ਏਡੀ ਵੱਡੀ ਜਗ੍ਹਾ ਇੰਡਸਟਰੀ ਲਈ ਦਿੱਤੀ ਗਈ ਹੋਵੇ, ਤੁਸੀਂ ਰੋਜ਼ਗਾਰ ਦੇਣ ਦੀ ਗੱਲਾਂ ਕਰ ਰਹੇ ਹੋ, ਪਰ ਤੁਹਾਡੇ ਤੋਂ ਹੁਣ ਮੈਨੂੰ ਗੱਲ ਪਤਾ ਲੱਗੀ ਆ, ਉਹਦੇ ਤੇ ਮੈਂ ਜਲਦੀ ਚੈੱਕ ਕਰਕੇ। ਚੇਅਰਮੈਨ ਤੁਸੀਂ ਰਹੇ ਹੋ, ਗੱਲ ਤੁਹਾਨੂੰ ਮੇਰੇ ਤੋਂ ਪਤਾ ਲੱਗੀ? ਸੁਣੋ ਸਰ, ਜਦੋਂ ਉਹ ਇੰਨੀ ਵੱਡੀ ਪੋਸਟ 'ਤੇ ਨੇ ਰਾਜ ਸਭਾ ਦੇ ਤੇ ਪਾਰਟ ਆਫ ਗਵਰਨਮੈਂਟ ਨੇ, ਸੋ ਮੈਂ ਸਮਝਦਾ ਅਗਰ ਇੰਨੀ ਕੰਟਰੋਵਰਸੀ ਹੈ ਤੇ ਇੰਨੀ ਲੋਕਾਂ ਦੇ ਸਵਾਲ ਹੋ ਰਹੇ ਨੇ ਇਸ ਗੱਲ ਤੇ ਕਿਉਂ ਨਹੀਂ ਇਹਦੇ ਉੱਤੇ ਉਹ ਇੱਕ ਓਪਨ ਇਨਕੁਆਇਰੀ ਕਰਾ ਲੈਂਦੇ? ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਵੀ ਜਿਹੜੀ ਚੇਂਜ ਆਫ ਲੈਂਡ ਯੂਜ਼ ਜਿਹੜੀ ਕਲੇਮ ਕੀਤੀ ਜਾਂਦੀ ਹੈ ਵੀ ਹੋ ਗਈ ਹੈ, ਤੇ ਕੁਝ ਲੋਕ ਕਹਿੰਦੇ ਆ ਵੀ ਬਣ ਗਏ, ਧੱਕੇ ਨਾਲ ਨਹੀਂ ਹੋਈ, ਤੇ ਜੇ ਹੋਈ ਹੈ ਕਿਵੇਂ ਹੋਈ ਹੈ, ਤੇ ਕਿਹੜੇ ਆਫੀਸਰਸ ਨੇ ਕਿਹੜੇ ਕਾਨੂੰਨ ਤਹਿਤ ਉਹਨਾਂ ਨੇ ਇਹਨੂੰ ਅਲਾਉ ਕੀਤਾ। ਜਿਹੜਾ ਡੈਡੀਕੇਟਿਡ ਪਿਓਰਲੀ ਪਲੇ ਸਬਸਿਡਾਈਜ਼ ਰੇਟਾਂ ਤੇ ਸਪੈਸ਼ਲੀ ਇੰਡਸਟਰੀ ਨੂੰ ਵਿਕਾਸ ਕਰਨ ਲਈ, ਵਿਕਸਿਤ ਕਰਨ ਲਈ, ਪ੍ਰਫੁੱਲਿਤ ਕਰਨ ਲਈ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਕੱਟਿਆ ਗਿਆ, ਉੱਥੇ ਆਪਾਂ ਰਿਹਾਇਸ਼ੀ ਫਲੈਟ ਬਣਾ ਰਹੇ ਹਾਂ, ਕੀ ਇਹ ਜਾਇਜ਼ ਹੈ? ਤੇ ਕਿੰਨੇ ਲੋਕਾਂ ਨੂੰ ਘਰੋਂ ਬੇਘਰ ਕਰਕੇ ਉਹ ਜਗ੍ਹਾ ਅਲਾਟ ਕੀਤੀ ਗਈ ਸਿਰਫ ਬਈ ਇੰਡਸਟਰੀ ਨੂੰ ਪ੍ਰਫੁੱਲਤ ਕੀਤਾ ਜਾਏ, ਤੇ ਉਸੇ ਚੋਂ ਹੀ ਬੈਕਡੋਰ ਤੇ ਪਿਛਲੇ ਰਸਤੇ ਤੋਂ ਆ ਕੇ ਤੇ ਕੋਈ ਹਾਊਸਿੰਗ ਕੰਪਲੈਕਸ ਬਣਾ ਲੇ। ਸੋ ਦੇਖੋ ਉਹ ਤਾਂ ਇੱਕ ਕੰਸਰਨ ਦੀ ਗੱਲ ਹੈਗੀ ਹੈ। ਇਸੇ ਕੰਪਨੀ ਦੇ ਕੁਝ ਕੰਟਰੋਵਰਸੀਜ਼ ਇੰਪਰੂਵਮੈਂਟ ਟਰਸਟ ਨਾਲ ਹੋਰ ਜਗ੍ਹਾ ਤੇ ਵੀ ਹੋਈ ਪਿਛਲੀ ਗਵਰਨਮੈਂਟ ਵੇਲੇ, ਤੇ ਉਦੋਂ ਇਹੀ ਸਾਰੇ ਬੰਦੇ ਤੇ ਸਾਰੀ ਆਪੋਜੀਸ਼ਨ ਸਾਨੂੰ ਅਟੈਕ ਕਰਦੇ ਸੀ, ਹਾਲਾਂਕਿ ਉਹ ਡੀਲ ਕੈਂਸਲ ਹੋ ਗਈ, ਖਤਮ ਹੋ ਗਈ। ਹਾਂ, ਮਤਲਬ ਕਾਂਗਰਸ ਨੇ ਤਾਂ ਮਾਡਲ ਟਾਊਨ ਵਾਲੀ ਜ਼ਮੀਨ ਹੈ ਜਿਹੜੀ ਕਾਂਗਰਸ ਨੇ ਰਿਤੇਸ਼ ਇੰਡਸਟਰੀਜ਼ ਨੂੰ ਮਿਲੀ ਸੀ, ਤੇ ਉਹਨਾਂ ਨੇ ਕੈਂਸਲ ਕਰਤੀ ਕਿ ਚਲੋ ਜੇ ਤੁਸੀਂ ਬਲੇਮ ਲਾਉਂਦੇ ਹੋ ਅਸੀਂ ਕੈਂਸਲ ਕਰ ਦਿੰਦੇ ਹਾਂ। ਤੇ ਉਹੀ ਮੈਂ ਤੁਹਾਨੂੰ ਕਹਿ ਰਿਹਾ, ਸਾਡੇ ਵੇਲੇ ਤਾਂ ਕਹਿੰਦੇ ਸੀ ਇੰਨਾ ਰੌਲਾ ਸੀ, ਤੇ ਹੁਣ ਇਹੋ ਜਿਹਾ ਕਿਹੜਾ ਇਹਨਾਂ ਕੋਲ ਵਾਸ਼ਿੰਗ ਪਾਊਡਰ ਹੈ ਜਿਹਦੇ ਨਾਲ ਇਹ ਮਸ਼ੀਨ 'ਚ ਗੇੜਾ ਦਵਾਉਂਦੇ ਨੇ ਤੇ ਬੰਦਾ ਸੱਚਾ ਸੁੱਚਾ ਹੋ ਗਿਆ। ਤਾਂ ਨਹੀਂ ਵਰਤ ਰਿਹਾ ਵੀ ਆਮ ਬੰਦੇ ਨੂੰ ਉਸ ਚੀਜ਼ ਸਮਝ ਆਏ ਵੀ ਤੁਸੀਂ ਉਹਦੇ ਬਾਵਜੂਦ ਠੱਕ ਤੋਂ ਬਾਅਦ ਤੁਸੀਂ ਉੱਥੇ ਇੰਡਸਟਰੀਅਲ ਦੇ ਵਿੱਚ ਤੁਸੀਂ ਘਰ ਬਣਾਤੇ, ਤੇ ਫਿਰ ਉਹ ਇੱਕ ਨਹੀਂ ਬਣਾਏ, 2-3 ਹਜ਼ਾਰ ਬਣਾਤੇ। ਉਹ 2-3 ਹਜ਼ਾਰ ਬੰਦਿਆਂ ਨਾਲ ਕੀ ਇਹ ਚੀਟਿੰਗ ਨਹੀਂ ਹੈ? ਕਨਸੈਪਟ ਹੀ ਪਤਾ ਨਹੀਂ ਕਿਵੇਂ ਅਪਰੂਵ ਹੋਇਆ, ਕਿਵੇਂ ਇਹ ਇੰਨਾ ਅਲਾਉ ਕੀਤਾ ਗਿਆ, ਕਿਹਦੀ ਇਹਦੇ ਸ਼ਮੂਲੀਅਤ ਰਹੀ ਹੈ। ਇਹੋ ਜਿਹੇ ਬੰਦੇ ਤਾਂ ਬਿਲਕੁਲ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਸਰ ਇਹ ਤਾਂ ਇਹਨਾਂ ਨੂੰ, ਕਿਉਂਕਿ ਇਹਨਾਂ ਨੇ ਅਜੇ ਤੱਕ ਆ ਕੇ ਵੱਡੀਆਂ 5 ਰਾਜ ਸਭਾ ਵਾਲੇ ਭੇਜੇ ਤੇ 5 ਤੇ ਕੰਟਰੋਵਰਸੀ ਹੈ। ਬਿਲਕੁਲ ਇਹਨਾਂ ਦੇ ਹਰ ਫੈਸਲੇ ਨਾਲ ਕੰਟਰੋਵਰਸੀ ਕੈਰੀ ਕਰ ਰਹੇ ਨੇ। ਨਮਸਕਾਰ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ। ਸੋ ਸਨਅਤਕਾਰੀ ਸ਼ਹਿਰ ਲੁਧਿਆਣਾ ਦੇ ਵਿੱਚ
ਅੱਜ ਕੱਲ੍ਹ ਇੱਕ ਮੁੱਦਾ ਬੜਾ ਹੀ ਗਰਮਾਇਆ ਹੋਇਆ ਹੈਗਾ ਰਿਤੇਸ਼ ਇੰਡਸਟਰੀਜ਼ ਵੱਲੋਂ। ਜੀ ਹਾਂ, ਰਿਤੇਸ਼ ਪ੍ਰੋਪਰਟੀਜ਼ ਐਂਡ ਇੰਡਸਟਰੀਜ਼ ਵੱਲੋਂ ਇੱਕ ਜਿਹੜੀ ਸਬਸਿਡਾਈਜ਼ ਰੇਟਾਂ ਤੇ ਮਿਲੀ ਹੋਈ ਜਿਹੜੀ ਇੱਕ ਇੰਡਸਟਰੀ ਲਗਾਉਣ ਲਈ, ਰੋਜ਼ਗਾਰ ਪੈਦਾ ਕਰਨ ਲਈ ਇੱਕ ਜਗ੍ਹਾ ਤੇ ਉੱਪਰ ਜਿਹੜਾ ਹੈਗਾ ਰਿਹਾਇਸ਼ੀ ਫਲੈਟ ਬਣਾ ਦੇਣਾ, ਔਰ ਖਾਸ ਕਰਕੇ ਡੈਡੀਕੇਟਡ ਇੰਡਸਟਰੀਅਲ ਏਰੀਆ 'ਚ ਫੇਸ 8 ਦੇ ਵਿੱਚ। ਸੋ ਇਹ ਕਿੱਦਾਂ ਬਣਾਏ ਜਾ ਸਕਦੇ ਸਾਰੇ ਮਾਮਲਿਆਂ ਦੇ ਵਿੱਚ ਅੱਜ ਅਸੀਂ ਇੱਕ ਕੋਸ਼ਿਸ਼ ਕਰ ਰਹੇ ਹਾਂ, ਜਾਣ ਰਹੇ ਹਾਂ, ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਰੂਬਰੂ ਹੋ ਰਹੇ ਹਾਂ ਜਿਹੜੇ ਸਾਡੇ ਇੰਡਸਟਰੀਅਲ ਇਲਾਕੇ 'ਚੋਂ ਹੀ। ਜੀ ਹਾਂ, ਹਲਕਾ ਸਾਊਥ ਤੋਂ, ਲੁਧਿਆਣੇ ਤੋਂ, ਜਿਹੜੇ ਕਾਂਗਰਸ ਦੇ ਹੀ ਕੈਂਡੀਡੇਟ ਰਹੇ ਆ, ਵਿਧਾਇਕ ਉਮੀਦਵਾਰ ਰਹੇ ਹੈ ਈਸ਼ਵਰਜੋਤ ਚੀਮਾ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਰ ਕਿੱਦਾਂ ਦੇ ਹਾਲਾਤ ਹੈਗੇ ਆ, ਕਿੱਦਾਂ ਦੀਆਂ ਸਿਸਟਮਸ ਹੋਈ ਜਾ ਰਹੇ ਕਿ ਅੱਜ ਇੰਡਸਟਰੀਅਲ ਇਲਾਕੇ 'ਚ, ਉਹ ਕਹਿੰਦੇ ਆ ਮਤਲਬ ਇੰਡਸਟਰੀਅਲ ਇਲਾਕੇ ਦੇ ਵਿੱਚ ਰਿਹਾਇਸ਼ੀ ਫਲੈਟ ਬਣ ਗਏ। ਤੁਸੀਂ ਕਿੱਦਾਂ ਇਹ ਚੀਜ਼ ਜਾਇਜ਼ ਹੈਗੀ ਹੈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੱਚੀ ਗੱਲ ਹੈ, ਇਹ ਗੱਲ ਬੜੇ ਕੰਸਰਨ ਦੀ ਹੈ ਤੇ ਆਮ ਲੋਕਾਂ ਦੇ ਵਿੱਚ ਇਹ ਚਰਚਾ ਦਾ, ਡਿਸਕਸ਼ਨ ਦਾ ਪਾਰਟ ਵੀ ਹੈ ਜੀ। ਕਿਉਂਕਿ ਫੇਜ਼ 8 ਜਦੋਂ ਕੱਟਿਆ ਗਿਆ ਸੀਗਾ ਤੇ ਉਹ ਵੱਡੇ ਇੰਡਸਟਰੀਅਲ ਹਾਊਸਿਸ ਨੂੰ ਦਿੱਤਾ ਗਿਆ ਸੀ ਕਿ ਇੰਡਸਟਰੀ ਨੂੰ ਡਿਵੈਲਪ ਕੀਤਾ ਜਾਏ। ਟੈਰਰਿਜ਼ਮ ਐਂਡ ਹੋ ਰਿਹਾ ਸੀਗਾ, ਇੱਕ ਨੋਰਮਲਾਈਜ਼ ਕਰਨ ਲਈ, ਇੰਪਲੋਇਮੈਂਟ ਜਨਰੇਟ ਕਰਨ ਦਾ ਇੱਕ ਤਰੀਕਾ ਸੀਗਾ। ਬਟ ਉਹਦੇ 'ਚੋਂ ਮਤਲਬ ਕੀ ਕਲੌਜ਼ਸ ਸੀ ਤੇ ਕਿਵੇਂ ਉਹ ਓਵਰਲੁੱਕ ਹੋਈਆਂ ਨੇ। ਕੋਈ ਇਹ ਇੱਕ ਦਿਨ ਦਾ ਕੰਮ ਤਾਂ ਹੈ ਨਹੀਂ ਜੀ, ਬਿਲਕੁਲ। ਇਟ ਇਜ਼ ਅ ਪ੍ਰੋਸੈਸ ਆਫ ਆਲਮੋਸਟ, ਜਿਵੇਂ ਤੁਸੀਂ ਲਾ ਲਓ ਤੇ ਇਹ 27-28 ਈਅਰਸ ਦਾ ਗੈਪ ਹੈ, 25 ਸਾਲ ਪਲੱਸ ਦਾ। ਜੀ। ਸੋ ਇੰਨੇ ਸਾਲਾਂ 'ਚ ਜਿਹੜੀਆਂ ਗਵਰਨਮੈਂਟਸ ਆਈਆਂ ਨੇ, ਜੀ। 15 ਸਾਲ ਅਕਾਲੀ ਦਲ ਰਿਹਾ, 10 ਸਾਲ ਕਾਂਗਰਸ ਰਹੀ ਹੈ, ਤੇ ਹੁਣ ਤਾਂ ਜਿਹੜੇ ਉਹ ਮਾਲਕ ਨੇ ਕਹਿੰਦੇ ਉਹ ਹੈ ਹੀ ਸਰਕਾਰ ਦਾ ਹਿੱਸਾ ਨੇ। ਤੇ ਜਦੋਂ ਉਹ ਇੰਨੀ ਵੱਡੇ ਪੋਸਟ 'ਤੇ ਨੇ, ਰਾਜ ਸਭਾ ਦੇ MP ਤੇ ਪਾਰਟ ਆਫ ਗਵਰਨਮੈਂਟ ਨੇ। ਸੋ ਮੈਂ ਸਮਝਦਾ ਅਗਰ ਇੰਨੀ ਕੰਟਰੋਵਰਸੀ ਹੈ ਤੇ ਇੰਨੀ ਲੋਕਾਂ ਦੇ ਸਵਾਲ ਹੋ ਰਹੇ ਨੇ ਇਸ ਗੱਲ ਤੇ ਕਿਉਂ ਨਹੀਂ ਇਹਦੇ ਉੱਤੇ ਉਹ ਇੱਕ ਓਪਨ ਇਨਕੁਆਇਰੀ ਕਰਾ ਲੈਂਦੇ ਜੀ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਬਈ ਜਿਹੜੀ ਚੇਂਜ ਆਫ ਲੈਂਡ ਯੂਜ਼ ਜਿਹੜੀ ਕਲੇਮ ਕੀਤੀ ਜਾਂਦੀ ਹੈ ਵੀ ਹੋ ਗਈ ਹੈ, ਤੇ ਕੁਝ ਲੋਕ ਕਹਿੰਦੇ ਆ ਵੀ ਬਣ ਗਏ, ਧੱਕੇ ਨਾਲ ਨਹੀਂ ਹੋਈ। ਤੇ ਜੇ ਹੋਈ ਹੈ ਕਿਵੇਂ ਹੋਈ ਹੈ ਤੇ ਕਿਹੜੇ ਆਫੀਸਰਸ ਨੇ, ਕਿਹੜੇ ਕਾਨੂੰਨ ਤਹਿਤ ਉਹਨਾਂ ਨੇ ਇਹਨੂੰ ਅਲਾਉ ਕੀਤਾ ਤੇ ਕਿਵੇਂ ਹੋਇਆ। ਮੈਂ ਇਹਦੇ ਵਿੱਚ ਪੁੱਛਣਾ ਚਾਹਾਂਗਾ, ਤੁਸੀਂ ਤਾਂ ਇਸ ਚੀਜ਼ ਨੂੰ ਬਹੁਤ ਹੀ ਬਿਹਤਰ ਤਰੀਕੇ ਨਾਲ ਸਮਝ ਸਕਦੇ ਹੋ ਕਿਉਂਕਿ ਤੁਹਾਨੂੰ ਇਸ ਵਾਰੀ ਜਿੱਥੋਂ ਤੁਸੀਂ ਇਲੈਕਸ਼ਨ ਲੜੇ ਸੀ ਉਹ ਪਿਓਰਲੀ 100% ਇੰਡਸਟਰੀਅਲ ਇਲਾਕਾ ਸੀ, ਸਾਊਥ, ਹਲਕਾ ਸਾਊਥ ਲੁਧਿਆਣੇ ਦਾ। ਤੁਸੀਂ ਦੇਖਦੇ ਹੋ ਅਸੀਂ ਲੰਬੇ ਸਮੇਂ ਤੋਂ ਲੁਧਿਆਣੇ ਸ਼ਹਿਰ ਦੇ ਵਿੱਚ ਤੁਹਾਡੇ ਹਲਕੇ ਦੇ ਬਿਲਕੁਲ ਨਾਲ ਦਾ ਹੀ ਹਲਕਾ ਹੈਗਾ ਜਿੱਥੇ ਜਨਤਾ ਨਗਰ ਪੂਰੀ ਗਿੱਲ ਰੋਡ ਦੀ ਇੱਕ ਲੈਂਡ ਹੈਗੀ ਹੈ, ਜਿੱਥੇ ਨੀਚੇ ਇੰਡਸਟਰੀ ਹੈਗੀ ਹੈ, ਉੱਪਰ ਰਿਹਾਇਸ਼ ਹੈ, ਉਹਨੂੰ ਮਿਕਸ ਲੈਂਡ ਯੂਜ਼ ਕਹਿੰਦੇ ਆ। ਹਾਲਾਂਕਿ ਉਸ ਨੂੰ ਮਿਕਸ ਲੈਂਡ ਯੂਜ਼ ਦਾ ਇੱਕ ਟੈਗ ਦਿੱਤਾ ਹੋਇਆ, ਉਸ ਤੋਂ ਬਾਵਜੂਦ ਵੀ ਉੱਥੋਂ ਇੰਡਸਟਰੀ ਬਾਹਰ ਕੱਢੀ ਜਾਣ ਦਾ ਪ੍ਰੈਸ਼ਰ ਹੈ, ਜਿਹਨੂੰ ਹਰ ਵਾਰੀ ਹਰ ਇਲੈਕਸ਼ਨਾਂ ਦੇ ਵਿੱਚ ਕਿਤੇ ਨਾ ਕਿਤੇ ਮੁੱਦਾ ਬਣਾਇਆ ਜਾਂਦਾ ਔਰ ਉਹਨੂੰ ਇਸ ਕਿਹਾ ਗਿਆ ਕਿ ਜੇ ਜਿੱਤਾਂਗੇ ਤਾਂ ਇਹਨੂੰ ਅਸੀਂ ਹੱਲ ਕਰਾਵਾਂਗੇ, ਪਰ ਉਹ ਅੱਜ ਤੱਕ 20-25 ਸਾਲ 'ਚ ਹੱਲ ਨਹੀਂ ਹੋਇਆ। ਜਿਹੜੀ ਮਿਕਸ ਐਂਡ ਲੈਂਡ ਯੂਜ਼ ਹੈ ਉੱਥੋਂ ਤਾਂ ਅਸੀਂ ਇੰਡਸਟਰੀ ਬਾਹਰ ਲੈ ਜਾਣ ਦੀ, ਸ਼ਿਫਟ ਕਰਨ ਦੀ ਗੱਲ ਕਰ ਰਹੇ ਹਾਂ, ਅਤੇ ਜਿਹੜਾ ਡੈਡੀਕੇਟਡ ਪਿਓਰਲੀ ਸਬਸਿਡਾਈਜ਼ ਰੇਟਾਂ 'ਤੇ ਸਪੈਸ਼ਲੀ ਇੰਡਸਟਰੀ ਨੂੰ ਵਿਕਾਸ ਕਰਨ ਲਈ, ਵਿਕਸਿਤ ਕਰਨ ਲਈ, ਪ੍ਰਫੁੱਲਿਤ ਕਰਨ ਲਈ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਕੱਟਿਆ ਗਿਆ, ਉੱਥੇ ਆਪਾਂ ਰਿਹਾਇਸ਼ੀ ਫਲੈਟ ਬਣਾ ਰਹੇ ਹਾਂ। ਕੀ ਇਹ ਜਾਇਜ਼ ਹੈ? ਸਰ ਇਹੀ ਗੱਲ ਹਰ ਬੰਦੇ ਦੀ ਜ਼ੁਬਾਨ 'ਤੇ ਹੈ। ਜਦੋਂ ਤੁਸੀਂ ਉਹ ਬੜੇ ਸਬਸਿਡਾਈਜ਼ ਰੇਟ 'ਤੇ ਦਿੱਤੀ ਗਈ ਸੀ ਗਵਰਨਮੈਂਟ ਵੱਲੋਂ ਜਗ੍ਹਾ ਇਕੱਠੀ ਕਰਕੇ, ਜੀ, ਤੁਸੀਂ ਉੱਦਾਂ ਲੋਕਾਂ ਤੋਂ ਲੈਣੀ ਹੋਏ ਤਾਂ ਹੋਰ ਗੱਲ ਹੁੰਦੀ ਹੈ। ਹਜੇ ਤੱਕ ਕਈ ਜ਼ਿਮੀਂਦਾਰ ਪਰਿਵਾਰ ਉੱਥੇ ਕੰਪਨਸੇਸ਼ਨ ਨਾ ਮਿਲਣ ਕਰਕੇ ਹਜੇ ਤੱਕ ਉਹ ਗਵਰਨਮੈਂਟ ਨਾਲ ਸਟਰਗਲ 'ਚ ਨੇ। ਕੋਈ ਘੱਟ ਮਿਲੀ ਦੇ ਕਹਿ ਰਿਹਾ, ਕੋਈ ਕੇਸਿਸ 'ਚ ਨੇ, ਕਿਸੇ ਨੂੰ ਕੁਛ ਪ੍ਰੋਬਲਮ, ਤੇ ਕਿੰਨੇ ਲੋਕਾਂ ਨੂੰ ਘਰੋਂ ਬੇਘਰ ਕਰਕੇ ਉਹ ਜਗ੍ਹਾ ਅਲਾਟ ਕੀਤੀ ਗਈ ਸਿਰਫ ਬਈ ਇੰਡਸਟਰੀ ਨੂੰ ਪ੍ਰਫੁੱਲਤ ਕੀਤਾ ਜਾਏ। ਤੇ ਉਸੇ ਚੋਂ ਹੀ ਬੈਕਡੋਰ ਤੇ ਪਿਛਲੇ ਰਸਤੇ ਤੋਂ ਆ ਕੇ ਤੇ ਕੋਈ ਹਾਊਸਿੰਗ ਕੰਪਲੈਕਸ ਬਣਾ ਲੇ। ਸੋ ਦੇਖੋ ਉਹ ਤਾਂ ਇੱਕ ਕੰਸਰਨ ਦੀ ਗੱਲ ਹੈਗੀ ਆ। ਇਸੇ ਕਰਕੇ ਇਹਦੇ ਤੇ ਇੰਨੇ ਕੁਐਸਚਨਸ ਲੱਗ ਰਹੇ ਨੇ। ਮੈਂ ਸਮਝਦਾ ਵੀ ਹੋਣ ਵਾਲੀ ਗਵਰਨਮੈਂਟ ਤਾਂ ਚਲੋ ਆਪ ਤਾਂ ਹੈ ਹੀ ਹੈ ਜੋ ਹੈ। ਸੋ ਇਸੇ ਗਵਰਨਮੈਂਟ ਦੇ ਕਈ ਨੁਮਾਇੰਦੇ ਪੁਰਾਣੇ ਸਮਿਆਂ 'ਚ ਵੀ ਸਰਕਾਰ ਦਾ ਹਿੱਸਾ ਰਹੇ ਨੇ ਜਿਹੜੀ ਉਹਨੂੰ ਡੀਲ ਕਰਦੇ ਸੀ। ਸੋ ਉਹਨਾਂ ਨੂੰ ਵੀ ਚਾਹੀਦਾ
ਵੀ ਇਹਦੇ ਬਾਰੇ ਓਪਨ ਹੋਣ। ਜੀ ਜਦੋਂ ਦੇਖੋ ਇੰਨਾ ਇਸੇ ਕੰਪਨੀ ਦੇ ਕੁਝ ਕੰਟਰੋਵਰਸੀਜ਼ ਇੰਪਰੂਵਮੈਂਟ ਟਰਸਟ ਨਾਲ ਹੋਰ ਜਗ੍ਹਾ ਤੇ ਵੀ ਹੋਈ ਪਿਛਲੀ ਗਵਰਨਮੈਂਟ ਵੇਲੇ, ਬਿਲਕੁਲ। ਤੇ ਉਦੋਂ ਇਹੀ ਸਾਰੇ ਬੰਦੇ ਤੇ ਸਾਰੀ ਆਪੋਜੀਸ਼ਨ ਸਾਨੂੰ ਅਟੈਕ ਕਰਦੀ ਸੀ, ਹਾਲਾਂਕਿ ਉਹ ਡੀਲ ਕੈਂਸਲ ਹੋ ਗਈ, ਖਤਮ ਹੋ ਗਈ। ਹਾਂ, ਮਤਲਬ ਕਾਂਗਰਸ ਨੇ ਤਾਂ ਮਾਡਲ ਟਾਊਨ ਵਾਲੀ ਜ਼ਮੀਨ ਹੈ ਜਿਹੜੀ ਕਾਂਗਰਸ ਨੇ ਰਿਤੇਸ਼ ਇੰਡਸਟਰੀਜ਼ ਨੂੰ ਮਿਲੀ ਸੀ ਤੇ ਉਹਨਾਂ ਨੇ ਕੈਂਸਲ ਕਰਤੀ ਕਿ ਚਲੋ ਜੇ ਤੁਸੀਂ ਬਲੇਮ ਲਾਉਂਦੇ ਹੋ ਅਸੀਂ ਕੈਂਸਲ ਕਰ ਦਿੰਦੇ ਹਾਂ। ਅੱਜ ਉਹੀ ਬੰਦੇ ਨੂੰ ਆਪਣੀ ਸਰਕਾਰ ਆਉਂਦੇ ਹੀ ਚੱਕ ਕੇ ਤੁਸੀਂ MP ਬਣਾ ਰਹੇ ਹੋ। ਹਾਂ, ਤੇ ਉਦੋਂ ਇੰਨਾ ਅਟੈਕ ਕਰਦੇ ਸੀ। ਤੇ ਉਹੀ ਮੈਂ ਤੁਹਾਨੂੰ ਕਹਿ ਰਿਹਾ, ਸਾਡੇ ਵੇਲੇ ਤਾਂ ਕਹਿੰਦੇ ਸੀ ਇੰਨਾ ਰੌਲਾ ਸੀ, ਤੇ ਹੁਣ ਇਹੋ ਜਿਹਾ ਕਿਹੜਾ ਇਹਨਾਂ ਕੋਲ ਵਾਸ਼ਿੰਗ ਪਾਊਡਰ ਹੈ ਜਿਹਦੇ ਨਾਲ ਇਹ ਮਸ਼ੀਨ 'ਚ ਗੇੜਾ ਦਵਾਉਂਦੇ ਨੇ ਤੇ ਬੰਦਾ ਸੱਚਾ ਸੁੱਚਾ ਹੋ ਗਿਆ। ਬਿਲਕੁਲ, ਤੁਸੀਂ ਦੇਖੋ ਇਹ ਉਹੀ ਕੰਪਨੀ ਹੈ। ਇਹ ਇਕੱਲੇ ਇੱਕ ਰਾਜ ਸਭਾ ਮੈਂਬਰ ਦੀ ਨਹੀਂ ਜੀ। ਪਹਿਲੀ ਗੱਲ ਤਾਂ ਪੰਜਾਬ ਤੇ ਬਾਹਰੋਂ ਪੰਜਾਬ ਦੇ ਰਾਜ ਸਭਾ ਮੈਂਬਰ ਲੈਣੇ ਬਿਲਕੁਲ ਮਾੜੀ ਗੱਲ। ਸੋ ਉਹਦੇ ਬਾਵਜੂਦ ਸਭ ਤੋਂ ਜ਼ਿਆਦਾ ਇੱਥੇ ਨੰਬਰ 1 ਕੰਮ ਹੈ ਐਗਰੀਕਲਚਰ ਨਾਲ ਰਿਲੇਟਡ ਕੋਈ ਵੀ ਨਹੀਂ ਜੀ। ਜਿਹੜੇ ਲਏ ਨੇ, ਇੱਕ ਇਹਨਾਂ ਨੂੰ ਲੈ ਲਿਆ, ਦੂਜੇ ਪ੍ਰਾਈਵੇਟ ਯੂਨੀਵਰਸਿਟੀ ਲਵਲੀ ਯੂਨੀਵਰਸਿਟੀ ਕਹਿੰਦੇ ਨੇ ਵੀ ਅਸੀਂ ਗਵਰਨਮੈਂਟ ਐਜੂਕੇਸ਼ਨ ਨੂੰ ਪ੍ਰਫੁੱਲਤ ਕਰਨਾ ਹੈ, ਤੇ ਪ੍ਰਾਈਵੇਟ ਯੂਨੀਵਰਸਿਟੀ ਤੁਸੀਂ ਪੜ੍ਹਿਆ ਹੋਣਾ, ਪਰਸੋਂ ਚੌਥੀ ਉੱਥੇ ਕਿਸੇ ਫੰਕਸ਼ਨ ਤੇ 20 ਰੁਪਏ ਵਾਲੀ ਬੋਟਲ 200 ਦੀ ਵਿਕੀ, ਪਾਣੀ ਦੀ ਬੋਤਲ। ਪਾਣੀ ਜਿਹੜਾ ਕਿ ਲਾਅ ਦੇ ਬਿਲਕੁਲ ਹੀ ਅਗੇਂਸਟ ਹੈ ਕਿ ਇੱਕ ਪਾਣੀ MRP ਲਿਖਿਆ ਹੋਇਆ ਹੈ, ਉਸ ਤੋਂ ਕਿੰਨੇ ਗੁਣਾ ਜ਼ਿਆਦਾ। ਸਰ 20 ਤੇ ਵੀ ਲੋਕ ਡਿਬੇਟ ਕਰਦੇ ਨੇ ਵੀ ਇਹ ਪਾਣੀ ਮਹਿੰਗਾ ਹੈ 20 ਰੁਪਏ ਦਾ, ਤੇ ਉਹ ਬੋਟਲ ਬਲੈਕ 'ਚ 200 ਦੀ ਵਿਕੀ ਯੂਨੀਵਰਸਿਟੀ। ਕਿਹਦੀ ਸ਼ਹਿ ਤੇ ਵਿਕੀ? ਕੌਣ ਪ੍ਰੀਵੈਂਟ ਕਰਦਾ ਆਫਿਸਰਸ ਨੂੰ ਉੱਥੇ ਐਕਸ਼ਨ ਲੈਣ ਤੋਂ? ਬਿਲਕੁਲ ਠੀਕ। ਕੌਣ ਇੱਥੇ ਪ੍ਰੀਵੈਂਟ ਕਰ ਰਿਹਾ? ਕਿਉਂ ਨਹੀਂ ਐਡੀ ਬਿਲਡਿੰਗ ਖੜੀ ਤੇ ਆਫਿਸਰਸ ਜਾ ਕੇ ਉਹਨੂੰ ਚੈੱਕ ਕਰਦੇ? ਜੀ, ਕਿਉਂ ਨਹੀਂ ਉਹਨੂੰ ਸਾਰੀ ਦੇ ਉੱਤੇ ਇਨਕੁਆਇਰੀ ਕਰਦੇ? ਤੁਸੀਂ ਹੁਣ ਕਿਸੇ ਸਰਕਾਰ ਦੇ ਨੁਮਾਇੰਦੇ ਨਾਲ ਗੱਲ ਕਰੋ, ਸਾਰੇ MLA ਬਸ ਐਂ ਕਰਦੇ ਨਜ਼ਰ ਆਉਣਗੇ। ਕਿਉਂ? ਕਿਉਂਕਿ ਮਤਲਬ ਆਪਣੇ ਵੇਲੇ ਕਹਿਣਾ ਬਹੁਤ ਔਖਾ ਹੈ। ਅਗਰ ਇਹੀ ਇੰਡਸਟਰੀ ਤੇਸ਼ ਇੰਡਸਟਰੀਜ਼ ਉਦੋਂ ਇੰਨੀ ਕੰਟਰੋਵਰਸ਼ੀਅਲ ਸੀ ਕਾਂਗਰਸ ਵੇਲੇ, ਤੇ ਹੁਣ ਕੀ ਹੋ ਗਿਆ? ਬਿਲਕੁਲ ਠੀਕ ਹੈ। ਹੁਣ ਕੀ ਹੈ? ਹੁਣ ਪੁਰਾਣੇ ਨੂੰ ਕਰ ਲਓ। ਹੁਣ ਕਿਉਂ ਨਹੀਂ ਉਹਨੂੰ? ਕਿਉਂਕਿ ਜਸਟ ਬਿਕੋਜ਼ ਉਹ ਤੁਹਾਡੀ ਗਵਰਨਮੈਂਟ ਦਾ ਹਿੱਸਾ ਹੈ ਜੀ, ਤੇ ਤੁਹਾਨੂੰ ਉਹਦੇ ਖਿਲਾਫ ਮਤਲਬ ਕਰਨ 'ਚ ਕੋਈ, ਮੈਂ ਕਹਿੰਦਾ ਹੋ ਸਕਦਾ ਹੈ ਜੀ ਬਿਲਕੁਲ ਹੀ ਠੀਕ ਹੋਣ ਉਹ। ਬਿਲਕੁਲ ਠੀਕ ਹੈ। ਠੀਕ ਹੈ ਨਾ, ਪਰਮਾਤਮਾ ਕਰੇ ਵੀ ਠੀਕ ਹੋਣ ਉਹ, ਕਿਉਂਕਿ ਜਿੱਥੇ ਇੰਨੇ ਲੱਗਿਆ ਉਹਨਾਂ ਠੀਕ ਹੋਣ, ਪਰ ਅਗਰ ਉਹ ਠੀਕ ਨੇ ਫਿਰ ਇੰਨੀ ਦੰਦ ਕਥਾ ਕਿਉਂ ਹੈ? ਹਾਂ, ਬਿਲਕੁਲ ਠੀਕ ਹੈ। ਜੇ ਸਰ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਈਸ਼ਵਰ ਜੀ, ਤੁਹਾਡਾ ਤਾਂ ਚਲੋ ਰੱਬ ਦਾ ਨਾਮ ਵੀ ਮਾਂ-ਬਾਪ ਨੇ ਉਹ ਰੱਖਿਆ ਈਸ਼ਵਰ ਵਾਲਾ, ਸੋ ਮੈਂ ਤੁਹਾਡੇ ਤੋਂ ਇੱਕ ਬੇਸਿਕ ਬੁਨਿਆਦੀ ਚੀਜ਼ ਪੁੱਛਣਾ ਚਾਹੁੰਦਾ, ਉਹ ਵੀ ਇਸ ਲਈ ਕਿਉਂਕਿ ਤੁਸੀਂ ਡੈਡੀਕੇਟਡਲੀ ਇੰਡਸਟਰੀਅਲ ਇਲਾਕੇ 'ਚੋਂ ਹੀ ਇਲੈਕਸ਼ਨ ਲੜੀ, ਸੋ ਤੁਹਾਨੂੰ ਉਹਦਾ ਇੱਕ ਬਹੁਤ ਬੇਸਿਕ ਨੋਰਮਸ ਜੋ ਤੁਸੀਂ ਸਮਝ ਸਕਦੇ ਹੋ ਸ਼ਾਇਦ ਉਹ ਆਮ ਰਿਹਾਇਸ਼ੀ ਇਲਾਕੇ ਦਾ ਕੈਂਡੀਡੇਟ ਨਹੀਂ ਸਮਝ ਸਕਦਾ। ਮੇਰਾ ਇੱਕ ਬੇਸਿਕ ਕੁਐਸਚਨ ਦਾ ਆਨਸਰ ਦਿਓ, ਇੰਡਸਟਰੀਅਲ ਤੇ ਰਿਹਾਇਸ਼ੀ ਇਲਾਕੇ ਨਾਰਮਲੀ ਸਰਕਾਰ 'ਚ ਅਲੱਗ-ਅਲੱਗ ਕਿਉਂ ਕੀਤੇ ਜਾਂਦੇ? ਸਰ ਹਰ ਜਗ੍ਹਾ ਹੀ ਰੌਲਾ, ਜਿਹੜੀ ਤੁਸੀਂ ਪੁਆਇੰਟ ਕਹਿਣਾ ਚਾਹ ਰਹੇ ਹੋ, ਸਾਡੇ ਵੀ ਛੋਟੇ ਮਹੱਲਿਆਂ ਦੇ ਵਿੱਚ ਜਿੱਥੇ ਕਿਤੇ ਕੋਈ ਨਿਕਲਦਾ ਕੋਈ ਰੰਗ ਦੇ ਪਲਾਂਟਸ ਨੇ, ਉਹ ਸਾਰੀ ਗਲੀ ਦਾ ਰੌਲਾ ਹੁੰਦਾ ਵੀ ਇਹਨਾਂ ਨੂੰ ਬਾਹਰ ਸ਼ਿਫਟ ਕਰੋ। ਕਿਉਂ? ਇਹਦੇ ਨਾਲ ਪੋਲਿਊਸ਼ਨ ਜੀ ਸਾਨੂੰ ਹਿੱਟ ਹੁੰਦੇ ਆ, ਅਸੀਂ ਏਅਰ ਪੋਲਿਊਸ਼ਨ ਹੈ, ਨੋਇਸ ਪੋਲਿਊਸ਼ਨ ਹੈ, ਦੂਜਾ ਤੀਜਾ, ਕਿਤੇ ਨਾ ਕਿਤੇ ਲਾਈਫ ਲਈ ਡੇਂਜਰਸ ਹੈ। ਇਹੀ ਮੈਂ ਕਹਿੰਦਾ, ਕੈਮੀਕਲ ਯੂਜ਼ ਹੁੰਦਾ। ਇਸੇ ਕਰਕੇ ਹੀ ਮਿਕਸ ਲੈਂਡ ਯੂਜ਼ ਆ ਜਿਹੜਾ ਮੁੱਦਾ ਇੰਨਾ ਵੀ ਤੁਸੀਂ ਇੰਡਸਟਰੀ ਨੂੰ ਸੈਪਰੇਟ ਕਰੋ। ਤੁਸੀਂ ਦੇਖੋ ਨਾ ਪੁਰਾਣੇ ਸਮੇਂ ਤੁਸੀਂ ਡੈਰੀਆਂ ਨੂੰ ਬਾਹਰ ਲੈ ਕੇ ਜਾਂਦੇ ਹੋ, ਕਿਉਂ? ਕਿਉਂਕਿ ਤੁਸੀਂ ਉਹਨਾਂ ਨੂੰ ਮਿਕਸ ਨਾ ਕਰੋ। ਅੱਗੇ ਆਪਾਂ ਘਰਾਂ 'ਚ ਜਾਨਵਰ ਤਾਂ ਆਪਾਂ ਘਰ 'ਚ ਜਾਨਵਰ ਰੱਖ ਕੇ ਉਹਦਾ ਦੁੱਧ ਚੋਂਦੇ ਸੀ, ਉਹ ਪੀਂਦੇ ਸੀ, ਉਹ ਹੈਲਥ ਲਈ ਉਹ ਪੁਰਾਣੇ ਸਮੇਂ ਤਾਂ ਗੋਹੇ ਨਾਲ ਹੀ ਲਿਪ ਲੈਂਦੇ ਸੀ ਘਰ ਨੂੰ, ਤੇ ਪਰ ਅੱਜ ਉਹ ਚੀਜ਼ਾਂ ਅਗਰ ਆਪਾਂ ਇੰਨਾ ਕਰ ਰਹੇ ਹਾਂ, ਇਸੇ ਕਰਕੇ ਹੁੰਦਾ ਵੀ ਇੰਡਸਟਰੀ ਦਾ ਕਲਸਟਰ ਬਣਾ ਦਿਓ ਇੱਕ ਥਾਂ ਤੇ, ਤੁਸੀਂ ਉਹਨੂੰ ਉੱਥੇ ਸੇਫਗਾਰਡ ਕਰ ਲਓ ਤਾਂ ਕਿ ਉਹ ਨੋਰਮਲ ਜ਼ਿੰਦਗੀ ਨੂੰ ਹਾਰਮ ਨਾ ਕਰ ਸਕੇ। ਪਰ ਬੇਸਿਕ ਕਨਸੈਪਟ ਜਿਹੜਾ ਇੱਕ ਬੇਸਿਕ ਕਨਸੈਪਟ ਹੈ, ਮੈਂ ਕਹਿੰਦਾ ਕਾਨੂੰਨ ਛੱਡ ਦਿਓ, ਹਰ ਕਾਨੂੰਨ ਨੂੰ ਬਣਾਉਣ ਪਿੱਛੇ ਇੱਕ ਬੇਸਿਕ ਆਈਡੀਆ ਹੁੰਦਾ, ਤੇ ਬੇਸਿਕ ਆਈਡੀਆ ਹੁੰਦਾ ਇੰਡਸਟਰੀ ਨੂੰ ਆਬਾਦੀ ਤੋਂ ਅਲੱਗ ਰੱਖੋ। ਆਬਾਦੀ ਅਲੱਗ, ਇੰਡਸਟਰੀ ਅਲੱਗ, ਤੇ ਬੇਸਿਕ ਜਿਹੜੀ ਹੁੰਦੀ ਹੈ ਸੋਚ, ਇਹ ਉਸੇ ਨੂੰ ਹੀ ਕੰਟਰਾਡਿਕਟ ਕਰਦਾ। ਤੁਸੀਂ ਉਹਦੇ ਵਿੱਚ ਲਿਜਾ ਕੇ ਚਾਰੋਂ ਪਾਸੇ ਇੰਡਸਟਰੀ ਹੈ, ਤੇ ਉਹ ਵੀ ਜਿਹੜੀ ਹੈਵੀ ਇੰਡਸਟਰੀ ਹੈ, ਜਿਹੜੀ ਮਤਲਬ ਜਿਹਦੇ ਨਾਲ ਵੱਡੇ ਯੂਨਿਟ ਲੱਗੇ ਆ, ਜਿਹਦੇ ਵਿੱਚ ਫੋਰਜਿੰਗ ਹੁੰਦੀ ਹੈ, ਜਿਹਦੇ ਵਿੱਚ ਬੋਇਲਿੰਗ ਹੁੰਦੀ ਹੈ, ਅੱਗ ਦੀ ਭੱਠੀ ਚੱਲ ਰਹੀ ਹੁੰਦੀ ਹੈ, ਹੈਮਰ ਚੱਲਦੇ ਆ। ਸਰ ਮੈਂ ਤਾਂ ਉਹ ਹੈਵੀ ਵਰਡਸ ਮੈਂ ਤਾਂ ਨਹੀਂ ਵਰਤ ਰਿਹਾ ਵੀ ਆਮ ਬੰਦੇ ਨੂੰ ਉਸ ਚੀਜ਼ ਸਮਝ ਆਏ ਵੀ ਤੁਸੀਂ ਉਹਦੇ ਬਾਵਜੂਦ ਠੱਕ ਤੋਂ ਬਾਅਦ ਤੁਸੀਂ ਉੱਥੇ ਇੰਡਸਟਰੀਅਲ ਦੇ ਵਿੱਚ ਤੁਸੀਂ ਘਰ ਬਣਾਤੇ ਜੀ, ਤੇ ਫਿਰ ਉਹ ਇੱਕ ਨਹੀਂ ਬਣਾਏ 2-3 ਹਜ਼ਾਰ ਬਣਾਤੇ,
ਉਹ 2-3 ਹਜ਼ਾਰ ਬੰਦਿਆਂ ਨਾਲ ਕੀ ਇਹ ਚੀਟਿੰਗ ਨਹੀਂ ਹੈ? ਸਰ ਬਿਲਕੁਲ ਹੈ, ਇਹ ਤਾਂ ਲੈਂਡ ਵਾਲੇ ਨੂੰ ਵੀ ਸੋਚਣਾ ਚਾਹੀਦਾ ਹੈ। ਮੈਂ ਤਾਂ ਕਹਿੰਦਾ ਬਈ ਬੇਸਿਕਲੀ ਕਨਸੈਪਟ ਹੀ ਪਤਾ ਨਹੀਂ ਕਿਵੇਂ ਅਪਰੂਵ ਹੋਇਆ, ਕਿਵੇਂ ਇਹ ਇੰਨਾ ਅਲਾਉ ਕੀਤਾ ਗਿਆ, ਕਿਹਦੀ ਇਹਦੇ ਸ਼ਮੂਲੀਅਤ ਰਹੀ ਹੈ। ਇਹੋ ਜਿਹੇ ਬੰਦੇ ਤਾਂ ਬਿਲਕੁਲ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਇੱਥੇ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗਾ, ਤੁਹਾਡੀ ਹੀ ਗੱਲ ਤੋਂ ਮੈਨੂੰ ਯਾਦ ਆਇਆ, ਜਿਹੜੇ ਬੰਦੇ ਤੁਹਾਡੀ ਪਾਰਟੀ ਜਦੋਂ ਤੁਹਾਡੀ ਸੱਤਾ ਸੀਗੀ, ਠੀਕ ਹੈ, ਇਹੀ ਕੰਪਨੀ ਜਦੋਂ ਤੁਹਾਡੀ ਸੱਤਾ ਦੇ ਵਿੱਚ ਜਦੋਂ ਕੁਝ ABCD ਤੁਸੀਂ ਉਹਨਾਂ ਨੂੰ ਕੋਈ ਅਲਾਟ ਕੀਤੀ ਬਿੱਡ ਦੇ ਵਿੱਚੋਂ ਵੀ, ਠੀਕ ਹੈ, ਤੇ ਉਦੋਂ ਉਹ ਭ੍ਰਸ਼ਟ ਕਰਪਟ ਪੂਰੀ ਸਾਰੀਆਂ ਟੀਮਾਂ ਹੀ ਲੱਗ ਗਈਆਂ ਸੀ, ਸਾਰੀ ਆਪੋਜੀਸ਼ਨ ਪਾਰਟੀਆਂ ਉਹਦੇ ਅਗੇਂਸਟ ਭ੍ਰਸ਼ਟਾਚਾਰ ਧਰਨੇ ਲੱਗ ਰਿਹਾ ਹੈ। ਮੈਨੂੰ ਯਾਦ ਹੈ ਇੰਪਰੂਵਮੈਂਟ ਰਸਤੇ ਤੇ ਬਾਹਰ ਆ ਕੇ ਤਾਲਾ ਵੀ ਲਾਤਾ ਸੀ BJP ਵਾਲਿਆਂ ਨੇ, ਤੇ ਇਹੀ ਆਮ ਆਦਮੀ ਪਾਰਟੀਆਂ ਨੇ ਪ੍ਰੋਟੈਸਟ ਵੀ ਕਰਤਾ ਸੀ ਉਹਦੇ ਦੇ ਅਗੇਂਸਟ ਕੀ ਕੁਛ ਨਹੀਂ ਕਰਤਾ। ਉਹੀ ਪਾਰਟੀ ਉਹੀ ਬੰਦਾ ਸੇਮ ਕੰਪਨੀ 19-21 ਵੀ ਫਰਕ ਨਹੀਂ। ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਆ ਬਣ ਰਹੇ ਹੈ, ਪਹਿਲੀ ਗੱਲ ਤਾਂ ਇਹਦੇ ਨਾਲ ਤੁਹਾਡੇ ਵਰਗੇ ਜਿਹੜੀ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤਿਕ ਲੋਕ ਹੈ ਉਹਨਾਂ ਦੀ ਵੀ ਅੱਖਾਂ ਖੁੱਲ੍ਹ ਗਈਆਂ ਹੋਣੀਆਂ ਕਿ ਇਹ ਬੰਦਿਆਂ ਦਾ ਕੀ ਹੈ। ਅਲਟੀਮੇਟਲੀ ਬਦਨਾਮ ਤਾਂ ਤੁਸੀਂ ਰਾਜਨੀਤਿਕ ਹੁੰਦੇ ਹੋ। ਸਰ ਮੈਂ ਤੁਹਾਨੂੰ ਦੱਸਾਂ, ਸਾਡੇ ਵੱਲੋਂ ਕਦੀ ਵੀ ਬੰਦਾ ਵਿਸ਼ੇਸ਼ ਨੂੰ ਅਸੀਂ ਨਹੀਂ ਸੀ ਪ੍ਰਮੋਟ ਕੀਤਾ ਜੀ। ਸਭ ਤੋਂ ਜ਼ਿਆਦਾ ਤੁਸੀਂ ਦੁਨੀਆ ਦੇ ਵਿੱਚ ਕੋਈ ਟਰਾਂਸਪੇਰੈਂਟ ਟੈਂਡਰਿੰਗ ਕਰਾਉਣੀ ਹੋਏ ਤਾਂ ਉਹ ਟੈਂਡਰਿੰਗ ਹੁੰਦੀ ਹੈ। ਬਿਲਕੁਲ ਠੀਕ ਹੈ ਜੀ। ਠੀਕ ਹੈ ਜੀ। ਤੇ ਅਸੀਂ ਹਾਊਸ ਦੇ ਵਿੱਚ ਉਹ ਟੈਂਡਰਿੰਗ ਕੀਤੀ। ਅੱਜ ਵੀ ਤੁਸੀਂ ਜਿਹੜੇ ਸਾਡੇ ਕ੍ਰਿਟਿਕ ਹੋ ਸਕਦੇ ਨੇ, ਸਾਡੇ ਉਲਟ ਹੋ ਸਕਦੇ, ਕਿਸੇ ਨੂੰ ਮੈਂ ਮਾੜਾ ਲੱਗ ਸਕਦਾ, ਕਿਸੇ ਨੂੰ ਮੇਰੀ ਪਾਰਟੀ ਲੱਗ ਸਕਦੀ, ਕਿਸੇ ਨੂੰ ਕੋਈ ਹੋਰ, ਪਰ ਸਭ ਤੋਂ ਜ਼ਿਆਦਾ ਤੁਸੀਂ ਪੁੱਛੋ ਟੈਂਡਰ ਦਾ ਸੇਫ ਤੇ ਬੈਸਟ ਵੇ ਕੀ ਹੈ, ਅਗਲਾ ਕੋ ਟੈਂਡਰਿੰਗ ਕਰੋ। ਤੇ ਟੈਂਡਰਿੰਗ ਨਾਲੋਂ ਗਿਆ ਕਿਸੇ ਨੂੰ ਗਿਆ, ਲੋਕਾਂ ਨੇ ਰੌਲਾ ਪਾਇਆ ਸੀ ਤਾਂ ਕੈਂਸਲ ਕਰਤਾ। ਠੀਕ ਹੈ, ਇਮਾਨਦਾਰੀ ਦੇ ਅਸੀਂ ਤਾਂ ਸਾਨੂੰ ਕਿਹੜਾ ਉਹਦੇ ਚ ਮਤਲਬ ਕਿ A ਨਹੀਂ ਲਊ B ਲੈ ਲਊ, B ਨਹੀਂ ਲਊ C ਲੈ ਲਊ, ਨਹੀਂ ਲਊ ਗਵਰਨਮੈਂਟ ਦੀ ਜਗ੍ਹਾ ਗਵਰਨਮੈਂਟ ਦੇ ਕੋਲ ਹੈ, ਇਹਦੇ 'ਚ ਕੀ ਗੱਲ ਹੈ? ਅਸੀਂ ਤਾਂ ਕੁਝ ਚੰਗਾ ਸੋਚ ਕੇ ਕੀਤਾ ਸੀ। ਪਰ ਅੱਜ ਉਸ ਜਿਹਦੇ ਤੇ ਇਲਜ਼ਾਮ ਲਾਉਂਦੇ ਸੀ, ਅੱਜ ਉਸੇ ਬੰਦੇ ਨੂੰ ਕਿਹੜੇ ਮੂੰਹ ਨਾਲ ਡਿਫੈਂਡ ਕਰ ਰਹੇ ਨੇ, ਮੈਂ ਇਹ ਪੁੱਛਣਾ ਚਾਹੁੰਦਾ। ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਉਹੀ ਕੰਪਨੀ 19-21 ਵੀ ਫਰਕ ਨਹੀਂ ਹੈ, 100% ਸਾਰੀ ਚੀਜ਼ਾਂ। ਚਲੋ ਉਹ ਤਾਂ ਹੋ ਗਿਆ ਉਹ, ਪਰ ਐਜ਼ ਏ ਰਾਜਨੀਤੀ, ਐਜ਼ ਏ ਨੇਤਾ, ਐਜ਼ ਏ ਲੀਡਰ, ਤੁਸੀਂ ਵੀ ਐਜ਼ ਏ ਕੰਟੈਸਟ ਕੀਤਾ ਵਿਧਾਇਕੀ ਦਾ, ਮੈਂ ਪੁੱਛਣਾ ਚਾਹੁੰਦਾ ਜਿਹੜੇ ਇਹੋ ਜਿਹੇ ਲੋਕ ਹੈਗੇ ਆ ਜਿਹੜੇ ਕਹਿੰਦੇ ਨਾ ਉਹ ਗੰਗਾ ਗਏ ਤੋਂ ਗੰਗਾ ਰਾਮ, ਜਮਨਾ ਗਏ ਤੋਂ ਜਮਨਾ ਦਾਸ, ਸੋ ਇਹ ਤੁਹਾਡੇ ਨਾਲ ਤਾਂ ਉਹੀ ਹੋ ਗਿਆ ਕਿ ਹਜੇ ਤਾਂ ਮੇਰੇ ਖਿਆਲ ਜੁਮਾ 40 ਦਿਨ ਨਹੀਂ ਹੋਏ, ਇਹ ਤਾਂ 10ਵੇਂ ਦਿਨ ਹੀ ਇੱਦਾਂ ਬਣਾ ਦਿੱਤਾ ਗਿਆ। ਤੇ ਤੁਹਾਡੇ ਲੋਕਾਂ ਦੀ ਵੀ ਅੱਖਾਂ ਖੁੱਲੀਆਂ ਕਿਤੇ? ਸਰ ਤੁਸੀਂ ਪਤਾ ਨਹੀਂ ਕਿਵੇਂ ਤੁਹਾਨੂੰ ਇਹ ਲੱਗਦਾ ਵੀ ਸ਼ਾਇਦ ਤਾਂ ਮੈਨੂੰ ਤਾਂ ਜਿੱਦਣ ਇਹ ਨੋਮੀਨੇਟ ਹੋਏ ਨੇ ਮੈਨੂੰ ਕਿਸੇ ਨੇ ਕਿਹਾ, ਮੈਂ ਕਿਹਾ ਕਹਿੰਦਾ ਲੁਧਿਆਣੇ ਤੋਂ, ਮੈਂ ਕਿਹਾ ਲੁਧਿਆਣੇ ਦਾ ਇਹ ਦਿੱਲੀ ਦਾ, ਮਤਲਬ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਬਈ ਇਹ ਬੰਦਾ ਲੁਧਿਆਣੇ ਦਾ। ਠੀਕ ਹੈ ਨਾ ਜੀ, ਕਿਉਂਕਿ ਦੇਖੋ ਨਾ ਪੋਲੀਟੀਕਲੀ ਐਕਟਿਵ ਹੋਏ ਤੁਹਾਨੂੰ ਉਹੀ ਪਤਾ ਹੁੰਦਾ ਨੇ ਲੁਧਿਆਣਾ, ਨਹੀਂ ਤਾਂ ਅਦਰਵਾਈਜ਼ ਇਟ ਇਜ਼ ਅ ਬਿਗ ਸਿਟੀ, ਤੁਹਾਨੂੰ ਪਤਾ ਨਹੀਂ ਹੁੰਦਾ। ਸੋ ਸਰ ਮੈਂ ਫਿਰ ਰਿਪੀਟ ਕਰਦਾ, ਕਿਸੇ ਤੇ ਇਲਜ਼ਾਮ ਲਾਉਣਾ, ਸਾਡੇ ਲੋਕਾਂ ਤੇ ਇਲਜ਼ਾਮ ਲੱਗੇ, ਜਿਹੜੇ ਕੰਮ ਸਾਡੇ ਟਾਈਮ ਤੇ ਹੋਏ ਨੇ, ਠੀਕ ਹੈ ਸਰ 45 ਦਿਨਾਂ 'ਚ ਰਣਧੀਰ ਸਿੰਘ ਨਗਰ ਪੁਲ ਬਣਾ ਕੇ ਦਿੱਤਾ ਮੰਤਰੀ ਸਾਹਿਬ ਨੇ, ਠੀਕ ਹੈ, ਤੇ ਕਹਿ ਕੇ ਅਨਾਊਂਸ ਕਰਕੇ ਜ਼ਿਆਦਾ ਟਾਈਮ ਸੀ ਘੱਟ 'ਚ ਤਿਆਰ ਕੀਤਾ। ਜਿਹੜਾ ਤੁਹਾਡੇ ਸਾਹਮਣੇ ਅੰਡਰਪਾਸ ਬਣ ਰਿਹਾ ਕਨਵੈਂਟ ਸਕੂਲ ਕੋਲ, ਉਹਦੇ ਨਾਲ ਦੀ ਉਦਾਹਰਨ ਸਾਰੇ ਪੰਜਾਬ 'ਚ ਨਹੀਂ ਹੋਣੀ। ਠੀਕ ਹੈ, ਦੇਖੋ ਅਸੀਂ ਕੋਵਿਡ ਵੀ ਫੇਸ ਕੀਤਾ, ਅਸੀਂ ਗਵਰਨਮੈਂਟ ਦੇ ਜੋ ਅਕਾਲੀ ਦਲ ਜਾਂਦੇ ਹੋਏ ਲਾਸਟ ਇੱਕ ਦਿਨ ਪਹਿਲੇ ਸਾਡੇ ਤੇ 31-32 ਹਜ਼ਾਰ ਕਰੋੜ ਦਾ ਪਾ ਗਏ ਬਰਡਨ, ਅਸੀਂ ਉਹ ਵੀ ਫੇਸ ਕੀਤਾ। ਅਸੀਂ ਮਤਲਬ ਕੋਵਿਡ ਦੇ ਵਿੱਚ ਮੈਕਸਿਮਮ ਨੁਕਸਾਨ ਵੀ ਝੱਲਿਆ ਗਵਰਨਮੈਂਟ ਨੇ, ਅਸੀਂ ਉਹਦੇ ਬਾਵਜੂਦ ਰਿਆਇਤਾਂ ਦੇ ਕਰ, ਕਿਉਂਕਿ ਦੇਖੋ ਗਵਰਨਮੈਂਟ ਦਾ ਕੰਮ ਇਹ ਨਹੀਂ ਹੁੰਦਾ ਵੀ MLA ਸਾਰਾ ਦਿਨ ਭੱਜੇ ਫਿਰਨ ਲੋਕਾਂ 'ਚ, ਕੋਈ ਕਿਸੇ ਮਤਲਬ ਕਿਤੇ ਕੋਈ ਸੜਕ ਦਾ ਪੱਚ ਲਵਾ ਰਿਹਾ, ਕੋਈ ਸਰ MLA ਦਾ ਕੰਮ ਹੈ ਕਾਨੂੰਨ ਬਣਾਉਣਾ ਤਾਂ ਕਿ ਲੋਕਾਂ ਦੇ ਲਈ ਲਾਈਫ ਈਜ਼ੀ ਹੋਏ, ਫॉर द ਬੈਟਰਮੈਂਟ ਆਫ ਪੀਪਲ। ਇਹ ਕਾਨੂੰਨ ਕੀ ਬਣਾਉਣਗੇ? ਮੇਰਾ ਖਿਆਲ ਇਹਨਾਂ ਨੂੰ ਤੁਸੀਂ ਪੁੱਛੋ ਜਿੰਨੇ ਬਣੇ ਨੇ ਵੀ ਇਹਨਾਂ 'ਚੋਂ ਲਿਆਓ ਜੀ, ਤੁਸੀਂ ਦੱਸੋ ਵੀ ਕਿਹੜੇ ਕਾਨੂੰਨ ਤੇ ਕੀ ਨੇ, ਤੇ ਕਿੰਨਾਂ ਨੇ ਲੌਜ਼ ਪੜ੍ਹੇ ਨੇ, ਗੱਲਾਂ ਜਿੰਨੀਆਂ ਮਰਜ਼ੀ ਮਾਰ ਲੈਣ, ਮਤਲਬ ਉਹ ਸਰ ਪ੍ਰੈਕਟੀਕਲੀ ਕਰਨਾ, ਉਹ ਕੈਪੇਬਿਲਿਟੀ ਤੇ ਉਹ IQ, ਮਤਲਬ ਮੈਂ ਨਹੀਂ ਸਮਝਦਾ ਇਹਨਾਂ 'ਚੋਂ ਕਿਸੇ ਕੋਲ ਹੈਗਾ। ਸੋ ਇਹੀ ਇਟ ਇਜ਼ ਹਾਈ ਟਾਈਮ ਭਗਵੰਤ ਮਾਨ ਜੀ ਅਗਰ ਉਹ ਓਨੈਸਟਲੀ ਕਰਨਾ ਚਾਹੁੰਦੇ ਨੇ, ਤੇ ਜੋ ਸਾਰੇ ਦੱਸਦੇ ਵੀ ਨੇ ਕਿ ਉਹਦੇ 'ਚ ਇੱਕ ਕਰਨ ਦੀ ਕਿਤੇ ਇੱਛਾ ਹੈ, ਕਰਨਾ ਚਾਹ ਰਿਹਾ ਉਹ ਇਨਸਾਨ,
ਬਟ ਜਿਵੇਂ ਉਹਦੇ ਉੱਤੇ ਨੇ ਤੇ ਜਿਵੇਂ ਉਹਦੇ ਥੱਲੇ ਨੇ, ਆਈ ਡਾਊਟ ਇਟ, ਬਟ ਉਹਨਾਂ ਨੂੰ ਕਰਨਾ ਚਾਹੀਦਾ। ਅਗਰ ਲੋਕਾਂ ਤੇ ਕੁਐਸਚਨ ਕਰਦੇ ਸੀ, ਅੱਜ ਉਹਨਾਂ ਤੇ ਹੋ ਰਹੇ ਨੇ, ਉਦੋਂ ਕਹਿੰਦੇ ਹੁੰਦੇ ਸੀ ਹਰ ਗੱਲ ਤੇ ਵੀ ਇਨਕੁਆਇਰੀ ਕਿਉਂ ਨਹੀਂ ਕਰਾਉਂਦੇ, ਤੇ ਦੇ ਸ਼ੁੱਡ ਲੀਡ ਬਾਈ ਐਗਜ਼ਾਮਪਲ। ਆਪਣੇ ਘਰ ਤੋਂ ਸ਼ੁਰੂ ਕਰਨ, ਪਹਿਲੇ ਕਰਨ। ਹਾਂ, ਤੁਸੀਂ ਤਾਂ ਉਹਨੂੰ ਸਗੋਂ ਰਿਵਾਰਡ ਦੇ ਰਹੇ ਹੋ। ਤੁਸੀਂ ਚਲੋ ਉਹ ਵੀ ਅੱਡ ਚੀਜ਼ ਹੈ, ਹੋ ਸਕਦਾ ਉਹ ਠੀਕ ਨਿਕਲੇ, ਤੁਸੀਂ ਕਰਾ ਲਓ ਉਹਦੇ ਤੇ ਓਪਨ ਇਨਕੁਆਇਰੀ। ਤੁਸੀਂ ਕਹਿੰਦੇ ਬਿਲਕੁਲ ਠੀਕ ਹੈ ਤੁਹਾਡੀ ਗੱਲ। ਹਾਂ, ਜੇ ਤੁਸੀਂ ਸੁਥਰੇ ਹੋ ਤਾਂ ਕਰਾ ਲਓ ਇਨਕੁਆਇਰੀ, ਫਿਰ ਦਿੱਕਤ ਕੀ ਹੈ? ਪਰ ਮੈਂ ਇੱਕ ਹਿਊਮਨ ਬੀਇੰਗ ਐਜ਼ ਏ, ਯੂ ਆਰ ਏ ਕੁਆਇਟ ਐਜੂਕੇਟਿਡ ਐਂਡ ਐਥੀਕਲੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਲੈਟਸ ਸੇ ਅੱਜ ਕੱਲ੍ਹ ਤਾਂ ਹਾਲਾਤ ਹੋ ਗਏ ਨਾ, ਉਹ ਇੱਕ ਕਹਾਵਤ ਹੈ ਕਿ ਪੈਸਾ ਬਹੁਤ ਬਲਵਾਨ ਹੋ ਗਿਆ ਸਿਸਟਮ ਦੇ ਵਿੱਚ, ਸਿਸਟਮ ਹੀ ਇੰਨਾ ਕਿ ਕਰਪਟ ਹੋ ਗਿਆ, ਜੋ ਕਾਂਗਰਸ ਵੀ ਬੇਸਿਕ ਸੋਚ ਦੇ ਮੁਤਾਬਕ ਜੋ ਤੁਸੀਂ ਪੁੱਛਣਾ ਚਾਹ ਰਹੇ ਹੋ, ਬੇਸਿਕ ਜਿਹੜੀ ਥਾਟ ਪ੍ਰੋਸੈਸ, ਹਾਂ, ਕੀ ਕਦੀ ਇਹੋ ਜਿਹੀ ਤਾਂ CLU ਹੋ ਸਕਦਾ? ਆਪਾਂ ਐਥੀਕਲੀ ਗੱਲ ਕਰੀਏ ਸਰ, ਨਹੀਂ ਹੋਣਾ ਚਾਹੀਦਾ ਸੀ ਜੋ ਕਰਤਾ ਕਿਸੇ ਨੇ। ਮੈਂ ਉਹੀ ਕਹਿ ਰਿਹਾ, ਜੇ ਹੋਇਆ ਤੇ ਕਿਵੇਂ ਹੋਇਆ, ਤੇ ਗਲਤ ਹੋਇਆ ਤੇ ਕਿਵੇਂ ਹੋਇਆ, ਕਿਉਂਕਿ ਹਾਂ ਉਹਦੇ ਤੇ ਕੀ ਐਕਸ਼ਨ ਹੈ। ਦੇਖੋ, ਅਗਰ ਤੁਸੀਂ ਗਲਤ ਵਾਲੇ ਨੂੰ ਸਜ਼ਾ ਨਹੀਂ ਦਿੰਦੇ ਤੇ ਸਹੀ ਵਾਲੇ ਨੂੰ ਰਿਵਾਰਡ ਨਹੀਂ ਕਰਦੇ, ਫਿਰ ਇਟ ਇਜ਼ ਨਾਟ ਗੁੱਡ ਗਵਰਨੈਂਸ। ਹਾਂ, ਤੇ ਕੱਲ ਨੂੰ ਕੀ ਹੋਊਗਾ ਕਿ ਇਹਦਾ ਹੀ ਕੋਈ ਬੇਸ ਲੈ ਕੇ ਕੋਈ ਦੂਜਾ ਬੰਦਾ ਨਾਲ ਖੜਾ ਹੋਊਗਾ ਕਿ ਜੀ ਤੂੰ ਉਹਦਾ ਪਾਸ ਹੋ ਗਿਆ, ਹੁਣ ਮੇਰਾ ਬਣਾ ਦਿਓ। ਸਰ, ਇਹ ਤਾਂ ਇਹਨਾਂ ਨੂੰ, ਕਿਉਂਕਿ ਇਹਨਾਂ ਨੇ ਅਜੇ ਤੱਕ ਆ ਕੇ ਵੱਡੀਆਂ 5 ਰਾਜ ਸਭਾ ਵਾਲੇ ਭੇਜੇ ਤੇ 5 ਤੇ ਕੰਟਰੋਵਰਸੀ ਹੈ। ਬਿਲਕੁਲ, ਇਹਨਾਂ ਦੇ ਹਰ ਫੈਸਲੇ ਨਾਲ ਕੰਟਰੋਵਰਸੀ ਕੈਰੀ ਕਰ ਰਹੇ ਨੇ। ਤੇ ਹੁਣ ਕਿਉਂ ਨਹੀਂ ਉੱਥੇ MLA ਨੂੰ ਇਹ ਕਿਉਂ ਕਹਿੰਦੇ ਚੰਡੀਗੜ੍ਹ ਨਾ ਆਓ? MLA ਤਾਂ ਕਹਿਣਾ ਚਾਹੀਦਾ ਤੁਹਾਨੂੰ ਤਨਖਾਹ ਮਿਲਦੀ ਹੈ, ਚੰਡੀਗੜ੍ਹ ਹੀ ਰਹੋ, ਤੁਸੀਂ ਲਿਆਓ ਇੱਥੇ। 6 ਮਹੀਨੇ ਚੱਲੂਗਾ ਵਿਧਾਨ ਸਭਾ ਲਗਾਤਾਰ, ਸੈਟਰਡੇ ਸੰਡੇ ਆਫ ਹੋਇਆ ਕਰੋ, ਉਦੋਂ ਹਲਕੇ ਜਾਓ। ਬਾਕੀ ਤੇ MLA ਦੇ ਇੱਥੇ ਕੀ ਕੰਮ ਹੈ? MLA ਨੇ ਸਰ, ਮੈਂ ਅੱਜ ਤੱਕ ਨਹੀਂ ਦੇਖਿਆ ਥਾਣਿਆਂ ਨੂੰ ਪੋਲੀਟੀਸਾਈਜ਼ ਕਰਦੇ, ਅੱਜ ਤੱਕ ਦੇਖਿਆ ਗਵਰਨਮੈਂਟਸ ਦੇ ਵਿੱਚ ਜਾ ਕੇ ਲਿਖ ਕੇ ਲਾਉਂਦੇ ਵੀ MLA ਆਪਣੀ ਫੋਟੋ ਲਾ ਕੇ। ਤੁਸੀਂ ਕਹਿ ਰਹੇ ਹੋ ਕਿ ਨਾ ਤਜਰਬੇਕਾਰ ਹੈ ਸਾਰੇ? ਬਿਲਕੁਲ, ਇਹ ਜਿਵੇਂ ਕਹਿੰਦੇ ਆ ਅਨਾੜੀ ਨੇ ਇਹਨਾਂ ਦੇ। ਠੀਕ ਹੈ, ਲੋਕਾਂ ਨੇ ਇਹਨਾਂ ਨੂੰ ਇੱਕ ਗਲਤ ਫਹਿਮੀ ਹੈ, ਮੈਂ ਫਿਰ ਰਿਪੀਟ ਕਰਦਾ, ਲੋਕਾਂ ਨੇ ਇਹਨਾਂ ਨੂੰ, ਇਟ ਇਜ਼ ਮੈਂਡੇਟ ਨਾਟ ਇਨ ਫੇਵਰ ਆਫ ਆਮ ਆਦਮੀ ਪਾਰਟੀ, ਇਟ ਵਾਜ਼ ਮੈਂਡੇਟ ਅਗੇਂਸਟ ਟ੍ਰੈਡੀਸ਼ਨਲ ਸਿਸਟਮ। ਟ੍ਰੈਡੀਸ਼ਨਲ ਸਿਸਟਮ ਦੇ ਵਿੱਚ ਸਾਰੀਆਂ ਰੈਕਗਨਾਈਜ਼ਡ ਪਾਰਟੀਆਂ ਸੀਗੀਆਂ। ਇਹ ਵੋਟ ਫॉर ਚੇਂਜ ਸੀ, ਵੋਟ ਅਗੇਂਸਟ ਟ੍ਰੈਡੀਸ਼ਨਲ ਸਿਸਟਮ ਸੀ। ਤੇ ਸਰ, ਇੱਕ ਆਖਰੀ ਕੁਐਸਚਨ ਕਿ ਜਿਹੜੇ ਕਹਿੰਦੇ ਜਿਹੜੀ ਸਰਕਾਰਾਂ ਚੱਲਦੀਆਂ ਉਹ ਦੋ ਪਹੀਏ ਦੇ ਨਾਲ ਚੱਲਦੀ ਹੈ। ਇੱਕ ਹੁੰਦੇ ਪੋਲੀਟੀਕਲ ਜਿਹੜੇ ਸਿਸਟਮ, ਤੁਹਾਡੇ ਲੋਕੀ ਪੋਲੀਟੀਕਲ ਆਈਡੈਂਟੀਫਿਕੇਸ਼ਨ, ਤੁਸੀਂ ਲੋਕੀ ਪਬਲਿਕ ਦੇ ਵਿੱਚ ਰਿਪਰੈਜ਼ੈਂਟ ਕਰਦੇ ਹੋ, ਔਰ ਬੈਕ ਐਂਡ ਹੁੰਦਾ ਜਿਵੇਂ ਸਾਰਾ ਬਿਊਰੋਕ੍ਰੇਸੀ, ਕਿਉਂਕਿ ਇਕੱਲੇ ਨਾ ਤਾਂ ਤੁਸੀਂ ਚਲਾ ਸਕਦੇ ਹੋ, ਤੁਸੀਂ ਮੁਖੜਾ ਹੋ, ਤੁਸੀਂ ਮਾਰਕੀਟਿੰਗ ਕਰਦੇ ਹੋ, ਉਹ ਪਿੱਛੇ ਬੈਠ ਕੇ ਸਾਰਾ ਐਡਮਿਨਿਸਟ੍ਰੇਸ਼ਨ ਸੰਭਾਲਦੇ। ਲੋਕਾਂ ਨੇ ਮੈਂਡੇਟ ਦਿੱਤਾ, ਉਹ ਸਾਰਾ ਨਜ਼ਲਾ ਗਿਰ ਗਿਆ ਪੋਲੀਟੀਕਲ ਸਿਸਟਮ 'ਤੇ। ਪਰ ਜਿਹੜਾ ਬਿਊਰੋਕ੍ਰੇਸੀ ਸਿਸਟਮ ਆ ਉਹ ਤਾਂ ਅੱਜ ਵੀ ਉਹੀ ਹੈ। ਉਹਦਾ ਹੀ ਸ਼ਾਇਦ ਕਿਤੇ ਨਾ ਕਿਤੇ ਨਤੀਜਾ ਹੈ ਕਿ ਜਿਹੜਾ ਬੰਦਾ A ਪਾਰਟੀ ਦੇ ਵਿੱਚ ਚੋਰ ਸੀ, B ਪਾਰਟੀ ਆਉਂਦੇ ਹੀ ਉਹੀ ਸਾਧ ਹੋ ਗਿਆ। ਠੀਕ ਹੈ ਤੁਹਾਡੀ ਗੱਲ। ਤੇ ਇਹੋ ਜਿਹੇ 'ਚ ਤੁਸੀਂ ਲੋਕਾਂ ਨੇ ਕਿਉਂਕਿ ਨਜ਼ਲਾ ਤਾਂ ਸਾਰਾ ਜਨਤਾ ਦਾ ਤੁਹਾਡੇ ਲੋਕਾਂ 'ਤੇ ਗਿਰਿਆ ਜਿਹੜਾ ਫੇਸ ਕਰ ਰਿਹਾ ਸੀ। ਤੁਸੀਂ ਲੋਕਾਂ ਨੇ ਆ ਗੰਗਾ ਰਾਮ ਜਮਨਾ ਦਾਸ ਤੋਂ ਕੀ ਸਿੱਖਿਆ? ਇਹਨਾਂ ਦੇ ਬਾਰੇ ਕੁਝ ਦੱਸੋ। ਸਰ ਦੇਖੋ, ਸਾਡੇ ਤਾਂ ਬੜਾ ਵੱਡਾ ਇਸ ਗੱਲ 'ਤੇ ਮੰਥਨ ਚੱਲ ਰਿਹਾ। ਤੁਸੀਂ ਸਾਡਾ ਜਿਹੜਾ ਨਵਾਂ ਸੈਟਅਪ ਆਇਆ ਕਾਂਗਰਸ ਦਾ, ਤੁਹਾਨੂੰ ਉਹਦੇ 'ਚ ਵੀ ਚੇਂਜ ਰਿਫਲੈਕਟ ਹੋ ਗਈ ਹੋਣੀ ਹੈ, ਕਿਉਂਕਿ ਸੀਨੀਅਰਟੀਜ਼ ਨਾਲੋਂ ਜ਼ਿਆਦਾ ਕੈਪੇਬਿਲਿਟੀ 'ਤੇ ਗਏ। ਬਿਲਕੁਲ ਗਏ। ਜਿਹੜਾ ਅੱਗੇ ਫ੍ਰੀ ਫॉर ਆਲ ਸੀਗਾ, ਉਹਦੇ 'ਤੇ ਬੜੇ ਸਖਤੀ ਨਾਲ ਡਿਸਪਲਿਨ ਇਨਫੋਰਸ ਕੀਤਾ ਗਿਆ। ਉਹ ਲਾਈਨ ਲਈ ਹੈ ਚੇਂਜ ਦੀ ਪਾਰਟੀ ਨੇ। ਸੋ ਤੁਸੀਂ ਦੇਖਿਆ ਹੋਣਾ, ਜਦੋਂ ਸਟਾਰਟਿੰਗ 'ਚ ਰਾਜਾ ਵੜਿੰਗ ਜੀ ਨੇ ਸਟਾਰਟ ਕੀਤਾ ਤਾਂ ਇੱਕ ਸੀਗਾ ਨਵੀਂ ਕਾਂਗਰਸ, ਨਵੀਂ ਸੋਚ। ਸੋ ਅਸੀਂ ਤਾਂ, ਤੁਸੀਂ ਹੁਣ ਉਹਨਾਂ ਨੇ ਕੱਲ੍ਹ ਚਾਰਜ ਲੈਣਾ, ਤੁਸੀਂ ਉੱਥੇ ਵੀ ਦੇਖੋਗੇ ਵੀ ਨਿਵੇਂ ਅੱਗੇ ਹੁੰਦਾ ਸੀ ਹੂ ਹਈਆ ਇਕੱਠ, ਬਿਲਕੁਲ ਸਿੰਪਲ ਸੈਰੇਮਨੀ 'ਤੇ ਸਾਡੇ ਸੇਵਾ ਦਲ ਦੀ ਟੀਮ ਨਾਲ ਸਲਾਮੀ ਲੈ ਕੇ ਆਪਣੀ ਕੁਰਸੀ 'ਤੇ ਬੈਠਣਗੇ, ਸਾਰਿਆਂ ਨਾਲ ਮੀਟਿੰਗਸ ਕਰਨਗੇ। ਸੋ ਅਸੀਂ ਤਾਂ ਜਿਹੜੀ ਚੇਂਜਸ ਆਪਣੇ ਆਪ 'ਚ ਲਿਆਉਣੀਆਂ ਨੇ, ਬਿਲਕੁਲ ਇਸ ਗੱਲ ਲਈ ਫਲੈਕਸੀਬਲ ਆ। ਜੋ ਚੀਜ਼ਾਂ ਸਮਝੀਆਂ ਨੇ, ਜੋ ਸਿੱਖਿਆ ਨੇ, ਅਸੀਂ ਉਹ ਬਿਲਕੁਲ ਚੇਂਜ ਕਰਾਂਗੇ। ਅਤੇ ਬਿਲਕੁਲ ਨਵੀਂ ਸੈਕੂਲਰ ਫੋਰਸ, ਦੇਖੋ ਸੈਕੂਲਰ ਫੋਰਸ ਜ਼ਰੂਰੀ ਹੈ ਹਿੰਦੁਸਤਾਨ ਨੂੰ ਇਕੱਠਾ ਰੱਖਣ ਲਈ, ਅਤੇ ਅਸੀਂ ਆਪਣੀ ਸੈਕੂਲੈਰਿਟੀ 'ਤੇ ਪਹਿਰਾ ਦਿੰਦੇ ਹੋਏ ਵੀਲ ਡੈਫੀਨੇਟਲੀ ਬਾਊਂਸ ਬੈਕ, ਨਵੀਂ ਕਾਂਗਰਸ ਬਣ ਕੇ ਉੱਭਰਾਂਗੇ ਜੀ। ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ। ਸੋ ਦੋਸਤੋ, ਇਹ ਸੀਗੇ ਸਾਡੇ ਨਾਲ ਜਿਹੜੇ
ਈਸ਼ਵਰਜੋਤ ਚੀਮਾ ਜੀ, ਜਿਹੜੇ ਕਿ ਹਲਕਾ ਸਾਊਥ ਤੋਂ ਕੈਂਡੀਡੇਟ ਰਹੇ ਨੇ ਕਾਂਗਰਸ ਦੇ, ਔਰ ਖਾਸ ਕਰਕੇ ਇਸ ਲਈ ਸਾਊਥ ਕਿਉਂਕਿ ਉਹ ਇੰਡਸਟਰੀਅਲ ਇਲਾਕਾ, ਔਰ ਇਹਨਾਂ ਨੇ ਵੀ ਇੱਕ ਬੜੀ ਕਲੀਅਰ ਕੱਟ ਗੱਲ ਕੀਤੀ ਹੈ ਕਿ ਇੱਕ ਬੇਸਿਕ ਰੂਲ ਸ੍ਰਿਸ਼ਟੀ ਦਾ ਰੂਲ ਹੈ ਜਾਂ ਇੱਕ ਬੇਸਿਕ ਨਿਯਮ ਹੀ ਹੈ ਕਿ ਇੰਡਸਟਰੀ ਜਿੱਥੇ ਚੱਲਦੀ ਹੈ ਉਹ ਪੋਲਿਊਟਡ ਏਰੀਆ ਮੰਨਿਆ ਜਾਂਦਾ ਹੈ। ਇਸੇ ਲਈ ਮਿਕਸ ਲੈਂਡ ਯੂਜ਼ ਤੋਂ ਲੈ ਕੇ ਇੰਡਸਟਰੀਅਲ ਡੈਡੀਕੇਟਿਡ ਇੰਡਸਟਰੀਅਲ ਜਿਹੜੇ ਏਰੀਆ ਬਣਾਏ ਜਾਂਦੇ ਆ ਤਾਂ ਕਿ ਉੱਥੇ ਰਿਹਾਇਸ਼ੀ ਨੂੰ ਉਸ ਤੋਂ ਅਲੱਗ ਕੀਤਾ ਜਾਏ, ਕਿਉਂਕਿ ਉੱਥੇ ਯੂਜ਼ ਹੋਣ ਵਾਲੇ ਕੈਮੀਕਲਸ ਜਾਂ ਯੂਜ਼ ਹੋਣ ਵਾਲੇ ਹੋਰ ਚੀਜ਼ਾਂ ਨਾਲ ਆਮ ਮਰਾਂ ਦੀ ਜ਼ਿੰਦਗੀ ਨੂੰ ਇਫੈਕਟ ਨਾ ਹੋਵੇ, ਉਹ ਸਾਡੇ ਸਰੀਰਾਂ 'ਤੇ ਜਾਂ ਸਾਡੇ ਸਾਹ ਲੈਣ ਲਈ ਜਿਹੜਾ ਸਾਫ ਸੁਥਰਾ ਵਾਤਾਵਰਨ ਚਾਹੀਦਾ ਉਹਨੂੰ ਇਫੈਕਟ ਨਾ ਕਰੇ। ਔਰ ਇਸੇ ਲਈ ਇੰਡਸਟਰੀਅਲ ਔਰ ਰਿਹਾਇਸ਼ੀ ਇਲਾਕੇ ਨੂੰ ਅਲੱਗ-ਅਲੱਗ ਕੀਤਾ ਜਾਂਦਾ। ਪਰ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜੇ ਕਿ ਦੂਜਿਆਂ ਦੀ ਵਾਰੀ 'ਚ ਜਿਨ੍ਹਾਂ ਨੂੰ ਚੋਰ ਕਿਹਾ ਜਾਂਦਾ ਸੀ ਜਾਂ ਜਿਨ੍ਹਾਂ 'ਤੇ ਆਰੋਪ ਲਗਾਏ ਜਾਂਦੇ ਸੀਗੇ, ਉਹਨਾਂ ਨੂੰ ਆਪਣੀ ਹੀ ਪਾਰਟੀ ਦੇ ਵਿੱਚ ਰਿਵਾਰਡ ਦਿੱਤੇ ਜਾ ਰਹੇ ਹੈ, ਅਲੱਗ-ਅਲੱਗ ਪੋਸਟ ਕੀਤੀਆਂ ਜਾ ਰਹੀਆਂ। ਸੋ ਸੋਚ ਸਕਦੇ ਹੋ ਕਿ ਜਨਤਾ ਸਭ ਕੁਝ ਸਮਝਦੀ ਹੈ ਔਰ ਜਨਤਾ ਟਾਈਮ ਨਹੀਂ ਲਾਉਂਦੀ ਜਿਹੜਾ ਰਿਵਾਰਡ ਨੂੰ ਡੀ ਰਿਵਾਰਡ ਕਰਨ 'ਚ। ਸੋ ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਾਣੇ ਤੈਸ਼ੀ। ਧੰਨਵਾਦ।